ਕਾਲ ਜੀ। ਮੈਂ ਮੋਹਨਜੀਤ ਸਿੰਘ, ਐਸਐਸਟੀ ਮਾਸਟਰ ਸਰਕਾਰੀ ਹਾਈ ਸਕੂਲ ਗੋਪਾਰਾਏ, ਬਲਾਕ ਪੱਟੀ, ਜ਼ਿਲ੍ਹਾ ਤਰਨਤਾਰਨ ਤੋਂ। ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਡੇ ਨਾਲ 8ਵੀਂ ਜਮਾਤ ਵਿਸ਼ਾ ਸਮਾਜਿਕ ਵਿਗਿਆਨ ਦਾ ਪਹਿਲਾ ਪਾਠ ਸਾਧਨ, ਕਿਸਮਾਂ ਅਤੇ ਸਾਂਭ ਸੰਭਾਲ ਬਾਰੇ ਦੱਸਣ ਜਾ ਰਿਹਾ ਹਾਂ। ਇਹਦੇ ਵਿੱਚੋਂ ਆਪਾਂ ਸਾਧਨ ਅਤੇ ਉਸ ਦੀਆਂ ਕਿਸਮਾਂ ਬਾਰੇ ਪੜਾਂਗੇ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਪਿਛਲੀਆਂ ਜਮਾਤਾਂ ਦੇ ਵਿੱਚ ਤੁਸੀਂ ਪੜ੍ਹਿਆ ਹੈ ਕਿ ਜਦੋਂ ਮਨੁੱਖ ਦੀ ਉਤਪਤੀ ਹੋਈ ਉਦੋਂ ਹੀ ਉਸ ਦੀਆਂ ਲੋੜਾਂ ਦਾ ਆਰੰਭ ਹੋ ਗਿਆ। ਸ਼ੁਰੂਆਤ ਵਿੱਚ ਮਨੁੱਖ ਜੰਗਲਾਂ ਵਿੱਚ ਰਹਿੰਦਾ ਹੁੰਦਾ ਸੀ ਤੇ ਜੰਗਲਾਂ ਦੇ ਵਿੱਚ ਰਹਿੰਦੇ ਰਹਿੰਦੇ ਉਹ ਆਪਣੀਆਂ ਲੋੜਾਂ ਦੀ ਪੂਰਤੀ ਕਰਨ ਵਾਸਤੇ ਆਪਣੇ ਆਲੇ ਦੁਆਲੇ ਦੇ ਪ੍ਰਸਥਿਤੀਆਂ ਵੱਲ ਜਾਂ ਹਾਲਾਤਾਂ ਵੱਲ ਦੇਖਦਾ ਸੀ ਤੇ ਉਸ ਤੋਂ ਆਪਣੀਆਂ ਲੋੜਾਂ ਪੂਰੀਆਂ ਕਰਦਾ ਸੀ। ਸ਼ੁਰੂ ਦੇ ਵਿੱਚ ਉਸ ਦੀਆਂ ਲੋੜਾਂ ਸੀਮਤ ਸਨ। ਉਹ ਮਿੱਟੀ, ਪਾਣੀ, ਪੱਥਰ ਅਤੇ ਦਰਖਤਾਂ ਦੀ ਵਰਤੋਂ ਕਰਦਾ ਸੀ। ਪਰੰਤੂ ਜਿਉਂ-ਜਿਉਂ ਮਨੁੱਖ ਦਾ ਵਿਕਾਸ ਹੁੰਦਾ ਗਿਆ, ਉਸ ਦੀਆਂ ਲੋੜਾਂ ਵਧਦੀਆਂ ਗਈਆਂ, ਲੋੜਾਂ ਸੀਮਤ ਤੋਂ ਅਸੀਮਤ ਹੋ ਗਈਆਂ ਤੇ ਉਸਨੇ ਆਪਣੇ ਆਲੇ ਦੁਆਲੇ ਵੱਲ ਝਾਕਣਾ ਸ਼ੁਰੂ ਕਰ ਦਿੱਤਾ ਤੇ ਉਸ ਇਲਾਕੇ ਦੀਆਂ ਪ੍ਰਸਥਿਤੀਆਂ ਤੋਂ ਆਪਣੀਆਂ ਲੋੜਾਂ ਦੀ ਪੂਰਤੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਗੱਲ ਆ ਜਾਂਦੀ ਹੈ ਸਾਧਨ। ਸਾਧਨ ਕੀ ਹਨ? ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਸਾਧਨ ਅਖਵਾਉਂਦੇ ਹਨ। ਪਿਆਰੇ ਬੱਚਿਓ, ਸਾਧਨ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਜਿਸ ਦੇ ਦੁਆਰਾ ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਕਰਦਾ ਹੈ, ਉਸ ਨੂੰ ਅਸੀਂ ਸਾਧਨ ਆਖਦੇ ਹਾਂ। ਵਿਦਿਆਰਥੀਓ, ਸਾਧਨ ਦੇ ਬਾਰੇ ਆਪਾਂ ਪੜ੍ਹ ਚੁੱਕੇ ਹਾਂ। ਸਾਧਨ ਦੋ ਤਰ੍ਹਾਂ ਦੇ ਹੋ ਸਕਦੇ ਹਨ, ਕੁਦਰਤੀ, ਗੈਰ ਕੁਦਰਤੀ। ਕੁਦਰਤੀ ਸਾਧਨ ਉਹ ਜਿਹੜੇ ਸਾਨੂੰ ਕੁਦਰਤ ਪ੍ਰਦਾਨ ਕਰਦੀ ਹੈ। ਗੈਰ ਕੁਦਰਤੀ ਸਾਧਨ ਉਹ ਜਿਨ੍ਹਾਂ ਦੇ ਵਿੱਚ ਕੁਦਰਤ ਦਾ ਕੋਈ ਹੱਥ ਨਹੀਂ ਹੁੰਦਾ, ਉਹ ਮਨੁੱਖ ਦੁਆਰਾ ਬਣਾਏ ਗਏ ਹੁੰਦੇ ਹਨ, ਉਹਨਾਂ ਨੂੰ ਗੈਰ ਕੁਦਰਤੀ ਸਾਧਨ ਕਹਿੰਦੇ ਹਨ। ਪਹਿਲਾਂ ਆਪਾਂ ਜਾਣਾਂਗੇ ਕੁਦਰਤੀ ਸਾਧਨ। ਕੁਦਰਤੀ ਸਾਧਨ ਕਿਹੜੇ ਕਿਹੜੇ ਆ? ਜੰਗਲ, ਦਰਿਆ, ਖਣਿਜ ਪਦਾਰਥ, ਸੂਰਜੀ ਸ਼ਕਤੀ, ਸਮੁੰਦਰ ਆਦਿ। ਇਹਨਾਂ ਸਾਰੇ ਸਾਧਨਾਂ ਨੂੰ ਕੁਦਰਤ ਨੇ ਬਣਾਇਆ ਹੈ। ਇਹਨਾਂ ਸਾਧਨਾਂ ਨੂੰ ਬਣਾਉਣ ਵਿੱਚ ਮਨੁੱਖ ਦਾ ਕੋਈ ਹੱਥ ਨਹੀਂ, ਇਸ ਕਰਕੇ ਇਹ ਕੁਦਰਤੀ ਸਾਧਨ ਖਵਾਉਂਦੇ ਹਨ। ਹੁਣ ਅੱਗੋਂ ਆਪਾਂ ਆ ਜਾਈਏ ਗੈਰ ਕੁਦਰਤੀ ਸਾਧਨਾਂ ਵੱਲ। ਗੈਰ ਕੁਦਰਤੀ ਸਾਧਨਾਂ ਵਿੱਚ ਮਸ਼ੀਨਰੀ, ਆਵਾਜਾਈ ਢਾਂਚਾ, ਬਨਾਵਟੀ ਖਾਦਾਂ, ਮਨੁੱਖੀ ਸਾਧਨ ਆਦਿ। ਇਹ ਸਾਰੇ ਸਾਧਨ ਮਨੁੱਖ ਦੁਆਰਾ ਬਣਾਏ ਗਏ ਹਨ, ਜਿਸ ਕਰਕੇ ਇਹਨਾਂ ਨੂੰ ਗੈਰ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਸਾਧਨ ਆਖਦੇ ਹਨ। ਬੱਚਿਓ, ਹੁਣ ਅਸੀਂ ਸਾਧਨਾਂ ਦੀਆਂ ਕਿਸਮਾਂ ਬਾਰੇ ਪੜਾਂਗੇ। ਸਾਨੂੰ ਪਤਾ ਵਾ ਵੀ ਸਾਧਨ ਕੁਦਰਤੀ ਅਤੇ ਗੈਰ ਕੁਦਰਤੀ ਹੋ ਸਕਦੇ ਹਨ। ਹੁਣ ਉਹਨਾਂ ਦੀਆਂ ਕਿਸਮਾਂ ਕੀ ਹਨ, ਉਹਨਾਂ ਬਾਰੇ ਪੜਾਂਗੇ। ਨੰਬਰ 1 ਜੀਵ ਅਤੇ ਨਿਰਜੀਵ ਸਾਧਨ। ਨੰਬਰ 2 ਵਿਕਸਤ ਅਤੇ ਸੰਭਾਵਿਤ ਸਾਧਨ। ਨੰਬਰ 3 ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ। ਨੰਬਰ 4 ਮਿੱਟੀ ਅਤੇ ਭੂਮੀ ਸਾਧਨ। ਨੰਬਰ 5 ਸਮੁੰਦਰੀ ਅਤੇ ਖਣਿਜ ਸਾਧਨ। ਨੰਬਰ 6 ਮਨੁੱਖੀ ਸਾਧਨ। ਹੁਣ ਸਾਧਨ ਦੀਆਂ ਕਿਸਮਾਂ ਦੇ ਵਿੱਚ ਆਪਾਂ ਪੜਿਆ ਵਾ, ਪਹਿਲਾ ਹੈਗਾ ਵਾ ਜੀਵ ਅਤੇ ਨਿਰਜੀਵ ਸਾਧਨ। ਜੀਵ ਸਾਧਨ ਜਿਹੜੇ ਜੀਵ ਜੰਤੂ ਅਤੇ ਪੇੜ ਪੌਦੇ ਜੀਵ ਸਾਧਨ ਅਖਵਾਉਂਦੇ ਹਨ। ਸੰਸਾਰ ਦੇ 85% ਭੋਜਨ ਪਦਾਰਥ ਇਹਨਾਂ ਤੇ ਨਿਰਭਰ ਹੈ। ਇਹ ਸਾਡੇ ਉਦਯੋਗਾਂ ਨੂੰ ਕੱਚਾ ਮਾਲ ਪ੍ਰਦਾਨ ਕਰਦੇ ਹਨ। ਹੁਣ ਜੀਵ ਸਾਧਨ ਜਿਨ੍ਹਾਂ ਦੇ ਵਿੱਚ ਜਾਨ ਹੁੰਦੀ ਆ, ਉਹਨਾਂ ਨੂੰ ਅਸੀਂ ਜੀਵ ਸਾਧਨ ਕਹਿੰਦੇ ਆ। ਉਹਨਾਂ ਵਿੱਚ ਜੀਵ ਜੰਤੂ ਅਤੇ ਪੇੜ ਪੌਦੇ ਆਉਂਦੇ ਆ। ਉਹ ਸਾਡੇ ਭੋਜਨ ਦਾ ਤੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਹਨ। ਜੀਵ ਸਾਧਨ ਬਾਰੇ ਆਪਾਂ ਪੜ੍ਹ ਲਿਆ। ਹੁਣ ਆਪਾਂ ਨਿਰਜੀਵ ਸਾਧਨ ਬਾਰੇ ਪੜਾਂਗੇ। ਨਿਰਜੀਵ ਦਾ ਪਤਾ ਹੁੰਦਾ ਵਾ ਜਿਨ੍ਹਾਂ ਦੇ ਵਿੱਚ ਜਾਨ ਨਹੀਂ ਹੁੰਦੀ। ਕੁਦਰਤ ਤੋਂ ਮਿਲਣ ਵਾਲੀਆਂ ਨਿਰਜੀਵ ਵਸਤੂਆਂ ਜਿਵੇਂ ਕਿ ਖਣਿਜ ਪਦਾਰਥ, ਸੂਰਜ ਦੀ ਰੌਸ਼ਨੀ ਅਤੇ ਪਾਣੀ ਆਦਿ, ਇਹ ਸਾਰੇ ਨਿਰਜੀਵ ਸਾਧਨ ਅਖਵਾਉਂਦੇ ਹਨ। ਇਹ ਵੀ ਸਾਡੇ ਉਦਯੋਗਾਂ ਦਾ ਆਧਾਰ ਹਨ। ਇਹਨਾਂ ਦੇ ਵਿੱਚੋਂ ਖਣਿਜ ਪਦਾਰਥਾਂ ਨੂੰ ਅਸੀਂ ਆਪਣੇ ਉਦਯੋਗਾਂ ਵਿੱਚ ਬਹੁਤ ਉੱਚੇ ਪੱਧਰ ਤੇ ਵਰਤਦੇ ਹਾਂ ਤੇ ਜੇ ਅਸੀਂ ਖਣਿਜ ਪਦਾਰਥਾਂ ਦੀ ਵਰਤੋਂ ਸਹੀ ਤਰੀਕੇ ਨਾਲ ਨਾ ਕਰਾਂਗੇ ਤਾਂ ਇਹ ਛੇਤੀ ਖਤਮ ਹੋ ਜਾਣਗੇ। ਇਸ ਕਰਕੇ ਸਾਨੂੰ ਖਣਿਜ ਪਦਾਰਥਾਂ ਦੀ ਸਹੀ ਤਰ੍ਹਾਂ ਵਰਤੋਂ ਕਰਨੀ ਚਾਹੀਦੀ ਹੈ। ਹੁਣ ਦੂਸਰਾ ਆ ਗਿਆ ਵਿਕਸਿਤ ਅਤੇ ਸੰਭਾਵਿਤ ਸਾਧਨ।
ਵਿਕਸਿਤ ਸਾਧਨ ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਵਾਸਤੇ ਵਰਤੇ ਜਾਂਦੇ ਹਨ, ਵਿਕਸਿਤ ਸਾਧਨ ਅਖਵਾਉਂਦੇ ਹਨ। ਇਹ ਸਾਧਨ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਤਾਂ ਧਰਤੀ ਦੇ ਉੱਤੇ ਤੇ ਇੱਕ ਧਰਤੀ ਦੇ ਥੱਲੇ। ਧਰਤੀ ਦੇ ਉੱਤੇ ਜੰਗਲ, ਹਵਾ, ਪਾਣੀ, ਸੂਰਜ ਦੀ ਰੋਸ਼ਨੀ, ਤੇ ਧਰਤੀ ਦੇ ਥੱਲੇ ਚਾਂਦੀ, ਸੋਨਾ, ਕੋਲਾ, ਪੈਟਰੋਲੀਅਮ ਆਦਿ। ਸੰਭਾਵਿਤ ਸਾਧਨ ਸੰਭਾਵਿਤ ਸਾਧਨ ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਕੋਈ ਵਰਤੋਂ ਨਹੀਂ ਹੁੰਦੀ, ਸੰਭਾਵਿਤ ਸਾਧਨ ਅਖਵਾਉਂਦੇ ਹਨ। ਜਿਹੜੇ ਸਾਧਨ ਮੌਜੂਦ ਹਨ, ਜਿਵੇਂ ਤੁਸੀਂ ਮੰਨ ਲਓ ਕਿ ਧਰਤੀ ਦੇ ਥੱਲੇ ਕੋਲਾ ਜਿਹੜਾ ਹੈ ਉਹ ਹੈਗਾ ਹੈ, ਪਰੰਤੂ ਉਹਨੂੰ ਵਰਤਿਆ ਨਹੀਂ ਜਾ ਰਿਹਾ, ਉਹ ਸੰਭਾਵਿਤ ਸਾਧਨ ਹੋ ਗਿਆ। ਤੇ ਜਦੋਂ ਅਸੀਂ ਉਹਨੂੰ ਕੱਢ ਕੇ ਵਰਤਣਾ ਸ਼ੁਰੂ ਕਰ ਦਿੱਤਾ, ਫਿਰ ਉਹ ਕਿਹੜਾ ਸਾਧਨ ਹੋ ਗਿਆ? ਵਿਕਸਿਤ ਸਾਧਨ। ਤੀਸਰਾ ਸਾਧਨ ਦੀਆਂ ਕਿਸਮਾਂ ਵਿੱਚ ਤੀਸਰਾ ਪੁਆਇੰਟ ਆ ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ। ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੈ, ਮੁੱਕਣਯੋਗ ਜਿਹੜੇ ਮੁੱਕ ਸਕਦੇ ਹਨ ਤੇ ਨਾ ਮੁੱਕਣਯੋਗ ਜਿਹੜੇ ਕਦੀ ਨਹੀਂ ਮੁੱਕ ਸਕਦੇ। ਮੁੱਕਣਯੋਗ ਸਾਧਨ ਉਹ ਸਾਧਨ ਜਿਨ੍ਹਾਂ ਦੀ ਜ਼ਿਆਦਾ ਅਤੇ ਲਗਾਤਾਰ ਵਰਤੋਂ ਉਹਨਾਂ ਨੂੰ ਜਲਦੀ ਖਤਮ ਕਰ ਰਹੀ ਹੈ, ਉਹਨਾਂ ਨੂੰ ਮੁੱਕਣਯੋਗ ਸਾਧਨ ਆਖਦੇ ਹਨ, ਜਿਵੇਂ ਪੈਟਰੋਲੀਅਮ ਅਤੇ ਕੋਲਾ। ਹੁਣ ਪੈਟਰੋਲੀਅਮ ਦੀ ਵਰਤੋਂ ਅਸੀਂ ਬਹੁਤ ਜ਼ਿਆਦਾ ਕਰਦੇ ਪਏ ਹਾਂ, ਜਿਹਦੇ ਕਰਕੇ ਸਾਨੂੰ ਟੈਲੀਵਿਜ਼ਨ ਦੇ ਵਿੱਚ ਵੀ ਬੜੀਆਂ ਮਸ਼ਹੂਰੀਆਂ ਆਉਂਦੀਆਂ ਵਾ, ਉਹਨਾਂ ਦੇ ਵਿੱਚ ਸਿੱਖਿਆਦਾਇਕ ਐਡਸ ਆਉਂਦੀਆਂ ਤੇ ਸਾਨੂੰ ਕਹਿੰਦੇ ਆ ਕਿ ਪੈਟਰੋਲ ਦੀ, ਤੇਲ ਦੀ ਸਹੀ ਵਰਤੋਂ ਕਰੋ। ਕਿਉਂ ਕਹਿੰਦੇ ਆ ਉਹ? ਕਿਉਂਕਿ ਇਹ ਖਤਮ ਹੋਣ ਵਾਲਾ ਸਾਧਨ ਹੈ। ਅਗਲਾ ਆ ਗਿਆ ਨਾ ਮੁੱਕਣਯੋਗ ਸਾਧਨ। ਉਹ ਸਾਧਨ ਜਿਹੜੇ ਵਰਤੋਂ ਦੇ ਨਾਲ ਨਾਲ ਨਵਿਆਏ ਜਾ ਰਹੇ ਹਨ, ਜਾਣੀ ਕਿ ਜਿਨ੍ਹਾਂ ਦੀ ਅਸੀਂ ਵਰਤੋਂ ਕਰੀ ਜਾਂਦੇ ਪਏ ਹਾਂ ਤੇ ਉਹਨਾਂ ਨੂੰ ਫਿਰ ਦੁਬਾਰਾ ਅਸੀਂ ਮੁੜ ਵਰਤੋਂ ਵਿੱਚ ਲਿਆਉਣ ਲਈ ਪੈਦਾ ਕਰ ਰਹੇ ਹਾਂ, ਉਹਨਾਂ ਨੂੰ ਅਸੀਂ ਨਾ ਮੁੱਕਣਯੋਗ ਸਾਧਨ ਕਹਿੰਦੇ ਆ। ਉਹ ਸਾਧਨ ਕਿਹੜੇ ਆ? ਜਿਵੇਂ ਸੂਰਜ ਦੀ ਰੋਸ਼ਨੀ, ਹਵਾ ਅਤੇ ਪਾਣੀ। ਇਹ ਸਾਧਨ ਕਦੀ ਵੀ ਖਤਮ ਨਹੀਂ ਹੋ ਸਕਦੇ, ਇਹਨਾਂ ਨੂੰ ਅਸੀਂ ਜਿੰਨੀ ਮਰਜ਼ੀ ਵਰਤੋਂ ਕਰ ਲਈਏ ਇਹ ਕਦੀ ਨਹੀਂ ਮੁੱਕ ਸਕਦੇ, ਇਸ ਕਰਕੇ ਇਹਨਾਂ ਨੂੰ ਨਾ ਮੁੱਕਣਯੋਗ ਸਾਧਨ ਕਹਿੰਦੇ ਹਨ। ਚੌਥਾ ਪੁਆਇੰਟ ਹੈ ਮਿੱਟੀ ਅਤੇ ਭੂਮੀ ਸਾਧਨ। ਮਿੱਟੀ ਜਿਹੜੀ ਹੈ ਚਟਾਨਾਂ ਦੀ ਟੁੱਟ ਭੱਜ, ਜੀਵ ਜੰਤੂ ਅਤੇ ਪੇੜ ਪੌਦਿਆਂ ਦੇ ਗਲਣ ਸੜਨ ਦੇ ਨਾਲ ਬਣਦੀ ਹੈ। ਇਹ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਹੁੰਦੀ ਹੈ ਤੇ ਮਨੁੱਖ ਵਾਸਤੇ ਮਿੱਟੀ ਸਾਧਨ ਸਭ ਤੋਂ ਮਹੱਤਵਪੂਰਨ ਸਾਧਨ ਮੰਨਿਆ ਗਿਆ ਹੈ। ਕਿਉਂਕਿ ਇਸ ਵਿੱਚ ਪੌਦੇ ਅਤੇ ਫਸਲਾਂ ਉਗਾਈਆਂ ਜਾਂਦੀਆਂ ਹਨ ਤੇ ਉਪਜਾਊ ਮਿੱਟੀ ਮਨੁੱਖ ਦੀ ਜ਼ਿੰਦਗੀ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਅਗਲਾ ਆ ਗਿਆ ਭੂਮੀ ਸਾਧਨ। ਇਹ ਉਹ ਸਾਧਨ ਹੈ ਜਿਸ ਤੇ ਮਨੁੱਖ ਆਪਣੀਆਂ ਆਰਥਿਕ ਗਤੀਵਿਧੀਆਂ ਕਰਦਾ ਹੈ। ਭੂਮੀ ਦਾ ਮਤਲਬ ਹੁੰਦਾ ਵਾ ਜ਼ਮੀਨ। ਹੁਣ ਆਰਥਿਕ ਗਤੀਵਿਧੀਆਂ ਮਨੁੱਖ ਕਿਵੇਂ ਕਰਦਾ ਵਾ? ਉਹਦੇ ਉੱਤੇ ਉਦਯੋਗ ਵਿਕਸਿਤ ਕਰਦਾ ਵਾ, ਉਦਯੋਗ ਸਥਾਪਿਤ ਕਰਦਾ ਵਾ, ਉਹਦੇ ਉੱਤੇ ਖੇਤੀਬਾੜੀ ਕਰਦਾ ਵਾ, ਇਮਾਰਤਾਂ ਬਣਾਉਂਦਾ ਵਾ, ਆਵਾਜਾਈ ਦੇ ਢਾਂਚੇ, ਬਿਲਡਿੰਗਾਂ ਬਣਾਉਂਦਾ ਵਾ, ਸੈਰ ਸਪਾਟੇ ਦੇ ਸਾਧਨ ਬਣਾਉਂਦਾ ਵਾ। ਇਸ ਕਰਕੇ ਭੂਮੀ ਸਾਧਨ ਵੀ ਮਨੁੱਖ ਲਈ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਅਗਲਾ ਪੁਆਇੰਟ ਹੈਗਾ ਵਾ ਸਮੁੰਦਰੀ ਅਤੇ ਖਣਿਜ ਸਾਧਨ। ਸਮੁੰਦਰੀ ਸਾਧਨ ਪਾਣੀ ਮਨੁੱਖ ਵਾਸਤੇ ਮਹੱਤਵਪੂਰਨ ਸਾਧਨ ਹੈ। ਧਰਤੀ ਤੇ 71% ਜਲ ਭੰਡਾਰ ਹਨ। ਇਹਨਾਂ ਜਲ ਭੰਡਾਰਾਂ ਦੇ ਵਿੱਚ ਪਾਣੀ ਦੇ ਵੱਡੇ ਵੱਡੇ ਸਮੁੰਦਰ ਸਾਗਰ ਸ਼ਾਮਲ ਹਨ। ਕਹਿੰਦੇ ਆ ਸਭ ਤੋਂ ਪਹਿਲਾਂ ਜੀਵਨ ਜਿਹੜਾ ਵਾ ਉਹ ਸਮੁੰਦਰਾਂ ਤੋਂ ਸ਼ੁਰੂ ਹੋਇਆ ਸੀ। ਸਮੁੰਦਰ ਸਾਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਮੱਛੀਆਂ, ਘੋਗੇ, ਸਿੱਪੀਆਂ, ਮੋਤੀ, ਹੀਰੇ ਆਦਿ ਪ੍ਰਦਾਨ ਕਰਦਾ ਹੈ, ਜਿਸ ਕਰਕੇ ਸਮੁੰਦਰੀ ਸਾਧਨ ਵੀ ਇੱਕ ਮਨੁੱਖ ਵਾਸਤੇ ਮਹੱਤਵਪੂਰਨ ਸਾਧਨ ਹੈ। ਅਗਲਾ ਹੈਗਾ ਵਾ ਇਹਦਾ ਹੀ ਖਣਿਜ ਸਾਧਨ। ਖਣਿਜ ਸਾਧਨ ਕੀ ਆ? ਧਰਤੀ ਵਿੱਚੋਂ ਮਿਲਣ ਵਾਲੇ ਪਦਾਰਥਾਂ ਨੂੰ ਖਣਿਜ ਸਾਧਨ ਕਿਹਾ ਜਾਂਦਾ ਹੈ। ਜਿਹੜੇ ਸਾਨੂੰ ਧਰਤੀ ਵਿੱਚੋਂ ਮਿਲਦੇ ਹਨ ਪਦਾਰਥ, ਉਹਨਾਂ ਨੂੰ ਖਣਿਜ ਸਾਧਨ ਕਿਹਾ ਜਾਂਦਾ ਹੈ। ਇਹ ਦੋ ਤਰ੍ਹਾਂ ਦੇ ਹੁੰਦੇ ਆ, ਧਾਤੂ ਅਤੇ ਅਧਾਤੂ। ਧਾਤੂ ਕਿਹੜੇ ਆ? ਲੋਹਾ, ਤਾਂਬਾ, ਸੋਨਾ, ਚਾਂਦੀ, ਇਹ ਧਾਤੂ ਖਣਿਜ ਪਦਾਰਥ ਆ। ਤੇ ਅਧਾਤੂ ਕਿਹੜੇ ਆ? ਪੈਟਰੋਲੀਅਮ, ਕੋਲਾ, ਅਬਰਕ ਆਦਿ, ਇਹ ਅਧਾਤੂ ਹਨ। ਇਹ ਖਣਿਜ ਸਾਧਨ ਜਿਹੜੇ ਹੈਗੇ ਆ ਇਹ ਸਾਡੇ ਉਦਯੋਗਾਂ ਵਾਸਤੇ ਬਹੁਤ ਮਹੱਤਵਪੂਰਨ ਹਨ ਤੇ ਸਾਡੇ ਦੇਸ਼ ਦਾ ਵਿਕਾਸ ਵੀ ਇਹਨਾਂ ਸਾਧਨਾਂ ਦੇ ਉੱਤੇ ਨਿਰਭਰ ਕਰਦਾ ਹੈ। ਲਾਸਟ ਪੁਆਇੰਟ ਹੈਗਾ ਸਾਧਨਾਂ ਦੀਆਂ ਕਿਸਮਾਂ ਵਿੱਚ ਮਨੁੱਖੀ ਸਾਧਨ। ਮਨੁੱਖੀ ਸਾਧਨ ਸਭ ਤੋਂ ਮਹੱਤਵਪੂਰਨ ਸਾਧਨ ਮੰਨਿਆ ਗਿਆ ਵਾ। ਸਾਰੇ ਜੀਵਾਂ ਦੇ ਵਿੱਚੋਂ ਸਭ ਤੋਂ ਸਰਵੋਤਮ ਪ੍ਰਾਣੀ ਮਨੁੱਖ ਨੂੰ ਮੰਨਿਆ ਗਿਆ ਵਾ।
ਕਿਉਂਕਿ ਉਹ ਆਪਣੀ ਦਿਮਾਗ ਦੀ ਵਰਤੋਂ ਅਤੇ ਸ਼ਕਤੀ ਦੀ ਵਰਤੋਂ ਦੇ ਕਰਕੇ ਬੜੇ ਵਧੀਆ ਤੇ ਚੰਗੇ ਢੰਗ ਨਾਲ ਕੰਮ ਕਰਦਾ ਵਾ। ਆਪਣੀ ਬੁੱਧੀ ਅਤੇ ਕੰਮ ਕਰਨ ਦੀ ਸ਼ਕਤੀ ਨਾਲ ਬਹੁਤ ਵੱਡਾ ਸਾਧਨ ਜਿਹੜਾ ਵਾ ਮਨੁੱਖ ਨੂੰ ਮੰਨਿਆ ਗਿਆ ਵਾ। ਹੋਰ ਸਾਰੇ ਸਾਧਨਾਂ ਦੀ ਵਰਤੋਂ ਵਿੱਚ ਮਨੁੱਖ ਦੀ ਯੋਗਤਾ ਦਾ ਵਡਮੁੱਲਾ ਯੋਗਦਾਨ ਹੈ। ਉਹ ਯੋਗਤਾ ਉਹ ਆਪਣੇ ਦਿਮਾਗ ਦੀ ਵਰਤੋਂ ਕਰਕੇ ਹੀ ਦਿਖਾਉਂਦਾ ਹੈ। ਇੱਥੇ ਅਸੀਂ ਉਦਾਹਰਨ ਲੈ ਸਕਦੇ ਹਾਂ ਜਾਪਾਨ ਦੇਸ਼ ਦੀ, ਜਿੱਥੇ ਕੋਈ ਵੀ ਕੁਦਰਤੀ ਸਾਧਨ ਨਹੀਂ ਹੈਗਾ, ਪਰੰਤੂ ਉੱਥੋਂ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਇੰਨੀ ਜ਼ਿਆਦਾ ਬੁੱਧੀਮਾਨ ਤੇ ਕਿਰਿਆਸ਼ੀਲ ਹੈਗੀ ਆ ਕਿ ਉਹਨਾਂ ਨੇ ਆਪਣੇ ਦੇਸ਼ ਦਾ ਵਿਕਾਸ ਉਸ ਦੇ ਜ਼ਰੀਏ ਕੀਤਾ। ਜੇ ਸਾਧਨਾਂ ਦੇ ਵਿਕਾਸ ਲਈ ਮਨੁੱਖ ਦੇ ਗੁਣ, ਸਮਰੱਥਾ, ਵਿਦਿਅਕ ਅਤੇ ਤਕਨੀਕੀ ਯੋਗਤਾ ਜਿਹੜਾ ਵਾ ਉਹ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਸਾਰੇ ਸਾਧਨਾਂ ਦੇ ਵਿੱਚੋਂ ਮਨੁੱਖੀ ਸਾਧਨ ਸਭ ਤੋਂ ਮਹੱਤਵਪੂਰਨ ਸਾਧਨ ਹੈ। ਦੇਸ਼ ਦੀ ਤਰੱਕੀ ਮਨੁੱਖੀ ਸਾਧਨਾਂ ਦੇ ਉੱਤੇ ਹੀ ਨਿਰਭਰ ਕਰਦੀ ਹੈ, ਕਿਉਂਕਿ ਮਨੁੱਖ ਆਪਣੀ ਵਰਤੋਂ, ਆਪਣੇ ਦਿਮਾਗ ਦੇ, ਆਪਣੇ ਕੰਮਾਂ ਦੀ ਸ਼ਕਤੀ ਦੇ ਜ਼ਰੀਏ ਹੀ ਆਪਣੇ ਦੇਸ਼ ਦਾ ਵਿਕਾਸ ਕਰ ਸਕਦਾ ਹੈ। ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਸਾਧਨ ਕਿਸਮਾਂ ਅਤੇ ਸਾਂਭ ਸੰਭਾਲ ਵਿੱਚੋਂ ਸਾਧਨ ਅਤੇ ਉਸ ਦੀਆਂ ਕਿਸਮਾਂ ਦੇ ਬਾਰੇ ਵਡਮੁੱਲੀ ਜਾਣਕਾਰੀ ਮਿਲੀ ਹੋਏਗੀ ਤੇ ਸਮਝ ਆਈ ਹੋਏਗੀ। ਧੰਨਵਾਦ।